ਰੀਟ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਯਾਨੀ ਨਵਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਤਾਂ ਦੇਖੋ ਆਪਾਂ ਆਨਸਰ ਕੀ ਆ ਜੋ ਕਰ ਰਹੇ ਸੀ ਆਪਣੇ ਚੈਨਲ 'ਤੇ, ਉਹਦੇ ਵਿੱਚ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਹੁਣ ਮੈਂ ਤੁਹਾਨੂੰ ਜਿਹੜਾ ਕਰਵਾਉਣ ਜਾ ਰਿਹਾ ਪੇਪਰ, ਇਹ 24 ਜੁਲਾਈ ਦਾ ਪੇਪਰ ਹੈ। 24 ਜੁਲਾਈ ਦਾ ਜਿਹੜਾ ਇਹਦਾ ਕੋਡ ਹੈ ਇਹ B ਹੈ, ਕੋਡ ਜਿਹੜਾ ਉੱਤੇ ਲਿਖਿਆ ਹੋਇਆ। ਇਹ 24 ਜੁਲਾਈ ਨੂੰ ਲੈਵਲ 2 ਦਾ ਜਿਹੜਾ ਪੇਪਰ ਹੈ, ਔਰ ਇਹ ਥਰਡ ਸ਼ਿਫਟ ਹੈ। ਸ਼ਿਫਟ ਇਹਦੀ ਥਰਡ ਹੈ, ਮਤਲਬ ਜੀ ਕਿ 24 ਜੁਲਾਈ ਨੂੰ ਜਿਨ੍ਹਾਂ ਦਾ ਮੋਰਨਿੰਗ ਨੂੰ ਪੇਪਰ ਸੀ, ਸ਼ਿਫਟ ਥਰਡ ਹੈ ਤੇ ਉਹਦੀ B ਹੈ। ਇਹ ਆਨਸਰ ਕੀ ਹੈ ਇਹਦੇ 'ਚ? ਆਪਾਂ ਜੋ ਪੰਜਾਬੀ ਕਰ ਰਹੇ ਹਾਂ ਭਾਸ਼ਾ ਫਸਟ ਹੈ, ਮਤਲਬ ਕਿ ਲੈਂਗੁਏਜ ਫਸਟ ਪੰਜਾਬੀ ਆਪਾਂ ਇੱਥੇ ਕਰਨ ਜਾ ਰਹੇ ਹਾਂ ਸੋਲਵ। ਤਾਂ ਦੇਖੋ ਸਭ ਤੋਂ ਪਹਿਲਾ ਪ੍ਰਸ਼ਨ ਆਪਾਂ ਸ਼ੁਰੂ ਕਰਦੇ ਹਾਂ ਕਿ ਸ਼ਿੰਗਾਰ ਰਸ ਦਾ ਸਥਾਈ ਭਾਵ ਹੈ। ਤਾਂ ਸ਼ਿੰਗਾਰ ਰਸ ਦਾ ਸਥਾਈ ਭਾਵ ਅਗਰ ਤੁਸੀਂ ਰਸ ਪੜ੍ਹੇ ਹੋਣਗੇ ਤਾਂ B ਉੱਤਰ ਆ ਜਾਊਗਾ ਇਹਦਾ। ਕੀ ਹੈ ਸ਼ਿੰਗਾਰ ਰਸ ਦਾ ਸਥਾਈ ਭਾਵ? ਪ੍ਰੇਮ ਜਾਂ ਪ੍ਰੀਤ। ਫਿਰ ਅਨੁਪ੍ਰਾਸ ਅਲੰਕਾਰ ਦੀ ਕਿਸਮ ਹੈ, ਤਾਂ ਅਨੁਪ੍ਰਾਸ ਅਲੰਕਾਰ ਹੈ ਜਿਹੜਾ ਇਹ ਇੱਕ ਸ਼ਬਦ ਅਲੰਕਾਰ ਹੈ, ਤਾਂ ਇੱਥੇ ਆ ਜਾਊਗਾ ਸ਼ਬਦ ਅਲੰਕਾਰ। ਫਿਰ ਦੋਹਰਾ ਛੰਦ ਦੀ ਹਰ ਤੁਕ ਵਿੱਚ ਕਿੰਨੀਆਂ ਮਾਤਰਾ ਹੁੰਦੀਆਂ? 33ਵਾਂ ਪ੍ਰਸ਼ਨ। ਤਾਂ ਇਹਦੇ 'ਚ ਆ ਜਾਊਗਾ 24 ਮਾਤਰਾ ਹੁੰਦੀਆਂ ਦੋਹਰਾ ਛੰਦ ਵਿੱਚ, ਠੀਕ ਹੈ। ਫਿਰ 34ਵਾਂ ਪ੍ਰਸ਼ਨ ਹੈ ਤੁਹਾਡੇ ਕੋਲੇ ਕਿ ਇੱਕ ਦਿੱਤਾ ਹੋਇਆ ਤੁਹਾਨੂੰ ਪੈਰਾਗ੍ਰਾਫ ਛੋਟਾ ਜਿਹਾ, ਵਿਸਮਾਦ ਨਾਦ ਵਿਸਮਾਦ ਵੇਦ, ਇਹ ਗੁਰਬਾਣੀ ਦੀ ਤੁਕ ਹੈ। ਉਪਰੋਕਤ ਸਤਰਾਂ ਕਿਸ ਰਸ ਦੀ ਉਦਾਹਰਣ ਹਨ? ਤਾਂ ਇਹ ਗੁਰਬਾਣੀ ਦੇ ਸ਼ਬਦ ਹੈ। ਇਹ 'ਚ ਅਦਭੁਤ ਰਸ, ਕਿਉਂਕਿ ਵਿਸਮਾਦ ਦਾ ਮਤਲਬ ਅਦਭੁਤ ਹੀ ਹੁੰਦਾ ਹੈਗਾ, ਤਾਂ ਅਦਭੁਤ ਰਸ ਇਹਦੇ ਵਿੱਚ ਕਿਹਾ ਗਿਆ ਹੈ। ਫਿਰ 35 ਨੰਬਰ ਪ੍ਰਸ਼ਨ ਕਿ ਸਿੱਖਣ ਦੀ ਪ੍ਰਕਿਰਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਕ ਹੈ। 35 ਨੰਬਰ, ਤਾਂ ਇਹ ਆ ਜਾਊਗਾ B ਰੁਚੀ ਦਾ ਸਿਧਾਂਤ। ਪ੍ਰਭਾਵਸ਼ਾਲੀ ਦੇਖੋ, ਅਭਿਪ੍ਰੇਰਨਾ ਕਿਰਿਆਸ਼ੀਲਤਾ ਅਭਿਆਸ ਸਾਰੇ ਹੁੰਦੇ ਆ, ਪਰ ਜਿੰਨਾ ਚਿਰ ਰੁਚੀ ਨਹੀਂ ਹੁੰਦੀ, ਦੇਖੋ ਅਗਰ ਤੁਸੀਂ ਅਭਿਪ੍ਰੇਰਨਾ ਕਿਸੇ ਬੱਚੇ ਨੂੰ ਦੇ ਵੀ ਰਹੇ ਹੋ ਲੇਕਿਨ ਜਦੋਂ ਉਹਦੀ ਰੁਚੀ ਨਹੀਂ ਉਹਨਾਂ ਚਿਰ ਨਹੀਂ ਸਿੱਖ ਸਕਦਾ। ਅਭਿਆਸ ਕਰਵਾ ਰਹੇ ਹੋ ਲੇਕਿਨ ਉਹਦੀ ਰੁਚੀ ਨਹੀਂ ਹੈ ਤਾਂ ਅਭਿਆਸ ਨਾਲ ਵੀ ਨਹੀਂ ਸਿੱਖ ਸਕਦਾ। ਅਗਰ ਉਹ ਕਿਰਿਆਸ਼ੀਲ ਉਹਨੂੰ ਕਰ ਵੀ ਦਿੰਦੇ ਹੋ ਲੇਕਿਨ ਉਹਦੀ ਰੁਚੀ ਨਹੀਂ ਹੈ ਤਾਂ ਰੁਚੀ ਤੋਂ ਬਿਨਾਂ ਕਿਰਿਆਸ਼ੀਲ ਹੋ ਹੀ ਨਹੀਂ ਸਕਦਾ। ਤਾਂ ਇਹਦਾ ਕੀ ਉੱਤਰ ਆ ਜਾਊਗਾ? ਰੁਚੀ ਦਾ ਸਿਧਾਂਤ। ਫਿਰ 36 ਕੁਐਸਚਨ, ਲਿਖਣ ਕਲਾ ਸਿਖਾਉਣ ਲਈ ਇੱਕ ਸ਼ਬਦ ਲਿਖਵਾ ਕੇ ਫਿਰ ਉਸਦੇ ਅੱਖਰ ਅੱਗੇ ਪਿੱਛੇ ਕਰਕੇ ਨਵੇਂ ਸ਼ਬਦ ਬਣਾ ਕੇ ਲਿਖਾਉਣ ਦੀ ਵਿਧੀ ਹੈ। ਤਾਂ ਇਹ ਕਿਹੜੀ ਵਿਧੀ ਹੈ? 36 ਦਾ ਆ ਜਾਊਗਾ ਤੁਹਾਡੇ ਕੋਲੇ ਅੱਖਰ ਸਮੂਹ ਵਿਧੀ C, ਠੀਕ ਹੈ। ਫਿਰ ਆਪਾਂ ਚੱਲਦੇ ਹਾਂ ਅਗਲੇ 37 ਨੰਬਰ, ਭਾਸ਼ਾ ਸਿੱਖਿਆ ਕੌਸ਼ਲ ਹੈ। ਦੇਖੋ ਇਹਦੇ ਵਿੱਚ ਇਹਨੇ ਪੁੱਛਿਆ ਨਹੀਂ, ਦੇਖੋ ਤੁਹਾਨੂੰ ਪਤਾ ਭਾਸ਼ਾ ਸਿੱਖਿਆ ਦੇ 4 ਕੌਸ਼ਲ ਹੁੰਦੇ ਹਨ, ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ। ਵੈਸੇ ਤਾਂ 4 ਹੁੰਦੇ ਹਨ ਕੌਸ਼ਲ। ਤਾਂ ਅਗਰ ਇਹ ਕੁਐਸਚਨ ਐਂ ਪੁੱਛਦਾ ਕਿ ਭਾਸ਼ਾ ਸਿੱਖਿਆ ਦੇ ਕਿੰਨੇ ਕੌਸ਼ਲ ਹੈ, ਫਿਰ ਆਪਾਂ 4 ਲਿਖਦੇ। ਹੁਣ ਜਾਂ ਫਿਰ ਇਹਨੇ ਇੱਥੇ ਕੌਸ਼ਲ ਦੇਣਾ ਸੀ ਕਿ ਲਿਖਣਾ ਕਿੰਨਵਾਂ ਕੌਸ਼ਲ ਹੈ, ਪਹਿਲਾ ਹੈ, ਦੂਜਾ ਹੈ, ਤੀਜਾ ਹੈ, ਜਾਂ ਬੋਲਣਾ ਪੜ੍ਹਨਾ ਕਿੰਨਵਾਂ ਕੌਸ਼ਲ ਹੈ। ਤਾਂ ਇਹਨੇ ਕੁਛ ਵੀ ਨਹੀਂ ਪੁੱਛਿਆ, ਤਾਂ ਇਹਦਾ ਜਿੱਥੋਂ ਤਾਈਂ ਮੈਨੂੰ ਲੱਗਦਾ ਹੈ ਇਹ ਤੁਹਾਡਾ ਬੋਨਸ ਨੰਬਰ ਮਿਲੂਗਾ ਇੱਥੇ, ਕਿਉਂਕਿ ਨਾ ਹੀ ਤਾਂ ਉਹਨੇ ਪੁੱਛਿਆ ਵੀ ਭਾਸ਼ਾ ਸਿੱਖਿਆ ਦੇ ਕਿੰਨੇ ਕੌਸ਼ਲ ਹੈ ਜਾਂ ਫਿਰ ਕਿਸੇ ਕੌਸ਼ਲ ਦਾ ਨਾਮ ਦੇ ਕੇ ਪੁੱਛਦਾ, ਤਾਂ ਇਹਦੇ ਵਿੱਚ ਬੋਨਸ ਨੰਬਰ ਮਿਲਣ ਦੀ ਉਮੀਦ ਹੈ। ਫਿਰ 38 ਨੰਬਰ ਪ੍ਰਸ਼ਨ ਹੈ, ਮੌਨ ਵਾਚਨ ਦਾ ਗੁਣ ਹੈ। ਮੌਨ ਵਾਚਨ ਵਿੱਚ ਕੀ ਹੁੰਦਾ ਹੈ? ਤਾਂ ਮੌਨ ਵਾਚਨ ਦਾ ਜੋ ਗੁਣ ਹੈ ਤੁਹਾਡੇ ਕੋਲੇ ਉਹ ਹੁੰਦਾ ਇਕਾਗਰਤਾ ਕਾਇਮ ਰੱਖਣ ਵਿੱਚ ਸਹਾਇਕ ਹੁੰਦਾ ਹੈ ਮੌਨ ਵਾਚਨ। ਫਿਰ ਭਾਸ਼ਾ ਦੀ ਪਾਠ ਪੁਸਤਕ ਦਾ ਵਿਸ਼ਾ ਵਸਤੂ ਸੰਬੰਧੀ ਗੁਣ ਨਹੀਂ ਹੈ, ਠੀਕ ਹੈ। ਤਾਂ ਵਿਸ਼ਾ ਵਸਤੂ ਦੇ ਸੰਬੰਧਿਤ ਜਿਹੜਾ ਗੁਣ ਨਹੀਂ ਹੈ ਉਹ ਪੁੱਛ ਰੱਖਿਆ ਨੇ, ਤਾਂ ਆ ਜਾਊਗਾ ਉਪਦੇਸ਼ਾਂ ਦੀ ਬੋਲਤਾ, ਠੀਕ ਹੈ। ਜ਼ਿਆਦਾ ਉਪਦੇਸ਼ ਵੀ ਨਹੀਂ ਹੋਣੇ ਚਾਹੀਦੇ ਉਹਦੇ 'ਚ। ਫਿਰ 40 ਨੰਬਰ ਕੁਐਸਚਨ, ਭਾਸ਼ਾ ਅਧਿਆਪਨ ਲਈ ਸਿੱਖਿਆ ਦੀ ਪਹਿਲੀ ਇਕਾਈ ਵਾਕ ਤੋਂ ਆਰੰਭ ਕਰਕੇ ਸ਼ਬਦ ਤੇ ਫਿਰ ਅੱਖਰ ਵੱਲ ਵਧਣਾ ਕਿਹੜੇ ਸਿੱਖਿਆ ਸੂਤਰ? ਸਭ ਤੋਂ ਪਹਿਲਾਂ ਵਾਕ ਨੂੰ ਤੋੜ ਕੇ ਸ਼ਬਦ ਨੂੰ ਤੋੜ ਕੇ ਅੱਖਰ ਬਣਾਉਣੇ, ਠੀਕ ਹੈ। ਤਾਂ ਇਹ ਕਿਹੜਾ ਯਾਨੀ ਕਿ ਸਿੱਖਿਆ ਸੂਤਰ ਹੈ? ਤਾਂ ਪੂਰਨ ਤੋਂ ਅੰਸ਼ ਵੱਲ। ਪੂਰਨ ਯਾਨੀ ਵਾਕ, ਫਿਰ ਉਹਨੂੰ ਤੋੜਨਾ, ਅੰਸ਼ ਵੱਲ ਨਹੀਂ, ਉਹਦੇ ਟੁਕੜਿਆਂ ਵੱਲ ਨਹੀਂ ਜਾਣਾ। ਤਾਂ ਇਹ ਕੀ ਆ ਜਾਊਗਾ? ਪੂਰਨ ਤੋਂ ਅੰਸ਼ ਵੱਲ। ਫਿਰ 41 ਨੰਬਰ, ਇਸ ਦੀ ਕੋਈ ਜੋ ਕਿਸੇ ਸਾਇੰਟਿਸਟ ਨੇ ਦਿੱਤੀ ਹੈ ਇਹ ਪਰਿਭਾਸ਼ਾ, ਕਿਸੇ ਵਿਦਵਾਨ ਨੇ, ਇਹ ਆਨਸਰ ਮੈਨੂੰ ਨਹੀਂ ਆਉਂਦਾ, ਹਜੇ ਤਾਈਂ ਨਹੀਂ ਮਿਲਿਆ। ਲੇਕਿਨ ਅਗਰ ਤੁਹਾਡੇ 'ਚੋਂ ਕਿਸੇ ਨੂੰ ਇਹ ਕੁਐਸਚਨ ਦਾ ਆਨਸਰ ਪਤਾ ਹੈ ਤਾਂ ਉਹ ਮੈਨੂੰ ਕਮੈਂਟ ਬਾਕਸ 'ਚ ਦੱਸ ਸਕਦਾ ਹੈ। ਮੈਂ ਕੀ ਕਰੂੰਗਾ, ਉਹ ਜੋ ਵੀ ਇਹਦਾ ਆਨਸਰ ਮੈਨੂੰ ਮਿਲੂਗਾ ਉਹ ਕਮੈਂਟ ਬਾਕਸ 'ਚ ਪਿੰਨ ਕਰ ਦੂੰਗਾ ਮੈਂ, ਤਾਂ ਕਿ ਬਾਕੀ ਬੱਚੇ ਵੀ ਉਹਨੂੰ ਦੇਖ ਸਕਣ। ਹਜੇ ਤੱਕ ਇਸ ਕੁਐਸਚਨ ਦਾ ਆਨਸਰ ਮੈਨੂੰ ਨਹੀਂ ਮਿਲਿਆ, ਜੋ ਵੀ ਮੇਰੇ ਕੋਲ ਨੋਟਸ ਕਿਤਾਬਾਂ ਹੈ। ਫਿਰ 42 ਨੰਬਰ ਪ੍ਰਸ਼ਨ ਹੈ ਕਿ ਮੁਲਾਂਕਣ ਦੀ ਪ੍ਰਕਿਰਿਆ ਹੈ। ਮੁਲਾਂਕਣ ਦੀ ਪ੍ਰਕਿਰਿਆ ਤੇ ਇਹ ਹੈ ਨਿਰੰਤਰ ਤੇ ਵਿਆਪਕ, ਜਿਹਨੂੰ ਆਪਾਂ ਹਿੰਦੀ 'ਚ ਸਤਤ ਤੇ ਸਮਗਰ ਮੁਲਾਂਕਣ ਕਹਿ ਦਿੰਦੇ ਹਾਂ, ਉਹ ਨਿਰੰਤਰ ਤੇ ਵਿਆਪਕ। ਫਿਰ 43 ਨੰਬਰ, ਉਹ ਕਿਹੜੀ ਪ੍ਰੀਖਿਆ ਹੈ ਜਿਸ ਰਾਹੀਂ ਭਾਸ਼ਾ ਤੇ ਸ਼ੈਲੀ ਦੀ ਪਰਖ ਨਹੀਂ ਹੁੰਦੀ ਹੈ, ਠੀਕ ਹੈ। ਤਾਂ ਉਹ ਕਿਹੜੀ ਪ੍ਰੀਖਿਆ ਭਾਸ਼ਾ ਤੇ ਸ਼ੈਲੀ ਦੀ ਪਰਖ ਨਹੀਂ ਹੁੰਦੀ ਹੈ? ਤਾਂ ਉਹ ਜਿਹੜੀ ਪ੍ਰੀਖਿਆ ਹੈ ਉਹ ਆ ਜਾਊਗੀ ਪਛਾਣ ਪ੍ਰੀਖਿਆ, ਪਹਿਚਾਨਣਾ ਕਿਸੇ ਚੀਜ਼ ਨੂੰ, ਠੀਕ ਹੈ, ਕਿਉਂਕਿ ਉਹਦੇ ਵਿੱਚ ਲਿਖਣਾ ਨਹੀਂ ਹੁੰਦਾ ਗਾ, ਪਛਾਨਣਾ ਹੁੰਦਾ ਹੈਗਾ। ਫਿਰ ਬੱਚੇ ਦੇ ਅਧਿਐਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੀ ਉਪਚਾਰਾਤਮਕ ਜਾਂਚ ਲਈ ਕਿਹੜੀ ਵਿਧੀ ਸਭ ਤੋਂ ਉਪਯੋਗੀ ਹੈ? ਤਾਂ 44 ਦਾ ਆ ਜਾਊਗਾ ਇਹਦੇ 'ਚ ਤਕਸੀਮੀ ਵਿਧੀ। ਤਕਸੀਮੀ ਆਉਣਾ ਸੀ, ਤਸ਼ਖੀਮੀ ਲਿਖਤਾ ਇਹਨੇ, ਤਸਖੀਮੀ।
ठीक है, ਤਸ਼ਖੀਮੀ ਆਉਣਾ ਸੀ ਇੱਥੇ इस तरह आह नहीं आऊगा उत्ते, तो सी ਇਹਦਾ ਕੀ ਹੋ ਜਾਊਗਾ, ਸਹੀ ਆंसर ਹੋ ਜਾਊਗਾ। फिर अगे चलते हैं ਆਪਾਂ पैरे ते 45 नंबर। पैरे ਵਿੱਚ आया मकान शब्द है, 45 नंबर प्रश्न। मकान है ਜਿਹੜਾ ਇਹ अरबी भाषा का शब्द है। फिर 46 जिस दे मापे मर गए ਹੁਣ ਉਸ ਨੂੰ ਯਤੀਮ ਕਹਿ ਦਿੰਦੇ ਆ। फिर असली का विरोधी शब्द है, असली का बहुत सौखा, नकली। फिर 48 नंबर अगेतर लग के बनया शब्द है, तो अगेतर लग के किहड़ा शब्द ये चो बनया तुसीं पछाणना है। तो 48 का जो उत्तर हो जाऊगा बेफिक्र, बे अगेतर लग्या इहदे च फिक्र दे नाल। फिर 49 नंबर का आदर्श शब्द का सही समानार्थक जुट शब्द है, तो समानार्थक सही शब्द है आदर का वडियाई ते सत्कार। ठीक है, इस बेइज्जती आ गया, आ नहीं हो सकता, अनादर नहीं हो सकता, तिरस्कार नहीं हो सकता, तो इसे कारण वडियाई ते सत्कार। फिर दारू शब्द का बहुअर्थक शब्द नहीं है। ठीक है, तो दारू का की हो जाएगा पट्टी। ठीक है, पट्टी नहीं हो सकता है दारू का, तो 50 का उत्तर हो जाएगा सी। शराब भी होंगी है दारू, दारू का मतलब इलाज भी होंगे, दारू का मतलब दवाई भी होंगी है। तो हुण देखो 51 नंबर प्रश्न थोड़े कोले, ये भी थोनों पैरा पढ़ के देना उत्तर। तो 51 का पहला जो है लालसा शब्द का अर्थ है, लालसा होंदी है प्रबल इच्छा। ठीक है, फिर औकड़ शब्द का अर्थ है, सॉरी औकड़, औकड़ शब्द का अर्थ है यह है कठिनाई। फिर है महल शब्द का स्त्रीलिंग है, तो महल देखो कई बच्चे इत्थे माड़ी ला के आए होंगे, लेकिन महल माड़ी आप लिख दिने है, लेकिन ये कोई ਇਹਦਾ स्त्रीलिंग नहीं है, ये दो शब्द आपस से जुड़े हुए, जिवें आप चाह चू कह दिने उवें, तो यह आ जाऊगा सी। 53 का सी आ जाऊगा। फिर 54 का साडे पीरा फकीरा ने अजिहा ही कारज किया सी, वाक का काल स्पष्ट करो, कीता सी। सी का मतलब ये की है भूतकाल है। फिर 55 नंबर क्वेश्चन आ गया, उठते चढ़े नूं दो दो इंसान दिसदे ना, खान का सही अर्थ चुनो। तो 55 का आ जाऊगा थोड़े कोले बी, जदों किसी अमीर नूं सारे ही सुखी जापन। ठीक है ना, सारे ही सुखी जापन। फिर गल का हार बनना, गल का हार बनना मतलब सी, अत प्यारा बनना। फिर पंजाबी के अगले स्वर हैं, पंजाबी के अगले स्वर किहड़े हैं, तो ये आ जाऊगा सी, आई ते ए, एक ही हैं पंजाबी के अगले स्वर हैं। तो 57 का उत्तर आ जाऊगा थोड़े को सी। फिर अड़े व्यंजन का उच्चारण ढंग है, ये आ जाऊगा फटकना। ठीक है, ना ही ये कंबना है, ना ही सरकना खहना, तो अड़े मतलब फटकना, फटकना आ जाऊगा 58 का डी। 59 का भाषा की व्यापक पद्धर से सब तो वड्डी इकाई है, तो देखो शब्द पहला आ गया वर्ण, वर्ण नहीं हो सकता, शब्द वार्तक भी नहीं हो सकता, तो वाक। इत्थे चारे ऑप्शन सब तो वड्डी इकाई वाक ही है, तो यदा उत्तर आ जाऊगा इत्थे ए। फिर दोहरा जिहड़ा छंद है वह की है, तो दोहरा अगर तुसी छंद पढ़े होण तो उहदे विच तुहानूं पता लग जाऊगा कि दोहरा एक मात्रिक छंद है, जो मात्रा की गिनती की जाती है। कोरड़ा ते कवित है जिहड़े ये वर्णिक छंद होंदे हैगे, बाकी सारे मात्रिक छंद अपने जो सिलेबस है। तो ये थोड़े कोल है आंसर की। देखो मैं आए तो नहीं कहता भी मेरे आंसर की बोर्ड नाल मैच ही करूगी, लेकिन 99% क्वेश्चन यही होंगे, ये आंसर की नाल तुहानूं अंदाजा हो जाऊगा कि किन्ने क्वेश्चन थोड़े सही होंदे हैं, एक एस्टीमेट लग जाऊगा भी जो थोड़े रीड चैक किन्ने नंबर बनते हैं। मैं इन्ना तुहानूं जरूर कह सकदा है कि 30 विचों 28 या 29% तुहानूं वही मिलणगे, कोई एक अद्धे परसेंट का उत्तर तो भावें चेंज हो जाए, नहीं तो अव्वल में तो तुहानूं 100% ही वही मिलूगी आंसर की। हाँ जिहड़ी इहदे च परिभाषा है वो परिभाषा तुसीं जरूर किते मिले थानू तो मैनू भी दस दिओ, क्योंकि परिभाषा की पता इन्होंने कित्थों चक के देनी है, किताब मेरे को ना होवे, थोड़े किसी कोले होवे तो मैनू जरूर दस्यो कमेंट विच। बाकी अगर कोई होर सुझाव होवे तो वह भी दस्यो। धन्नवाद। चैनल ते बिल्कुल इसे तरह जुड़े रहो। मैं फिजिक्स करवाना है बच्चों नू, तो कोई भी अगर थोड़ा छोटा भैन भरा हो फिजिक्स करन दे इच्छुक तो इत्थों कर सकता। 12वीं दी सारी वीडियो अवेलेबल ने। तो